ਹੈਲੋ एवरीवन ਅੱਜ ਆਪਾਂ ਟਰੂ ਫਾਲਸ ਨੋਟ ਗਿਵਨ ਕਰਕੇ ਦੇਖਾਂਗੇ ਰੀਡਿੰਗ ਦੇ ਪੈਸੇਜ ਦੇ ਲਈ। ਦੇਖਦੇ ਹਾਂ ਕਿਵੇਂ ਸੋਲਵ ਹੁੰਦੇ ਨੇ। ਤੇ ਅੱਜ ਪੈਸੇਜ ਦਾ ਨਾਮ ਹੈ ਆਪਣੇ ਕੋਲ ਐਨੈਸਥੀਓਲੋਜੀ। ਐਨੈਸਥੀਓਲੋਜੀ ਕੀ ਹੁੰਦਾ? ਪਹਿਲੀ ਗੱਲ ਤਾਂ ਜਿਹੜਾ ਰੀਡਿੰਗ ਦਾ ਆਪਣਾ ਮੋਡਿਊਲ ਹੁੰਦਾ ਉਹ ਜਸਟ ਕਹਿਣ ਨੂੰ ਹੀ ਰੀਡਿੰਗ ਦਾ ਮੋਡਿਊਲ ਹੁੰਦਾ, ਉਹ ਅਸਲ 'ਚ ਤੁਹਾਡੀ ਵੋਕੈਬਲਰੀ ਦਾ ਵੀ ਟੈਸਟ ਕੀਤਾ ਜਾਂਦਾ ਹੁੰਦਾ। ਤਾਂ ਕਰਕੇ ਆਪਾਂ ਅੱਜ ਦਾ ਜੋ ਆਪਣਾ ਟੌਪਿਕ ਹੈ ਉਸ ਦੇ ਵਿੱਚ ਆਪਾਂ ਕੁਝ ਵੋਕੈਬਲਰੀ ਵੀ ਜ਼ਰੂਰ ਲਰਨ ਕਰਾਂਗੇ, ਤਾਂ ਕਰਕੇ ਇਨ ਫਿਊਚਰ ਜੇ ਤੁਹਾਨੂੰ ਲੋੜ ਪੈਂਦੀ ਹੈ ਤੁਸੀਂ ਉਸਨੂੰ ਸਮਝ ਸਕੋ। ਐਨੈਸਥੀਓਲੋਜੀ ਮਤਲਬ ਟੌਪਿਕ ਹੈ ਐਨੈਸਥੀਸੀਆ ਤੇ ਮੀਨਸ ਜਦੋਂ ਕਿਸੇ ਵੀ ਮੈਡੀਸਨ ਨਾਲ ਕੋਈ ਆਪਰੇਸ਼ਨ ਕਰਨਾ ਹੁੰਦਾ, ਕੋਈ ਟਰੀਟਮੈਂਟ ਕਰਨਾ ਹੁੰਦਾ ਤਾਂ ਐਨੈਸਥੀਸੀਆ ਦੇਣਾ ਮਤਲਬ ਉਸ ਨੂੰ ਬੇਹੋਸ਼ ਕਰਨਾ ਬੰਦੇ ਨੂੰ ਪੰਜਾਬੀ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਇਸ ਦੀਆਂ ਫੀਲਿੰਗ ਟਰੂ ਫਾਲਸ ਆਈਆਂ ਸੀਗੀਆਂ। ਫਸਟ ਹੈ ਕਹਿੰਦੇ ਡਾਇਓਸਰੋਡੀਜ਼ ਬੁੱਕ ਡੀ ਮੈਟਰੀਆ ਮੈਡੀਕਾ ਫੈਲ ਆਊਟ ਆਫ ਯੂਜ਼ ਆਫਟਰ 60 AD। ਈਅਰਸ ਨੇ 60, ਜਿਵੇਂ ਹੁਣ ਚੱਲ ਰਿਹਾ 2021 ਇੱਦਾਂ 60 ਸੀਗਾ ਜਦੋਂ। ਕਹਿੰਦੇ ਜਿਹੜੀ ਇਹ ਬੁੱਕ ਸੀਗੀ ਕਿਸ ਦੀ ਲਿਖੀ ਹੋਈ ਸੀ? ਇਸ ਡੀ ਸੋਕਰੇਟਿਸ ਦੀ, ਜੋ ਵੀ ਇਸ ਦਾ ਨਾਮ ਹੈ। ਆਹ ਨਾਮ ਕਹਿੰਦੇ ਯੂਜ਼ ਲਈ ਕਦੋਂ ਆ ਗਈ ਸੀ ਮਾਰਕੀਟ ਦੇ ਵਿੱਚ, ਸੋਸਾਇਟੀ ਦੇ ਵਿੱਚ 60 AD ਦੇ ਵਿੱਚ। ਜੇ ਤਾਂ 60 AD ਦੇ ਵਿੱਚ ਆਈ ਸੀ ਟਰੂ ਹੈ, ਨਹੀਂ ਆਈ ਸੀ ਕਦੋਂ ਪਹਿਲਾਂ ਕਿਤੇ ਈਅਰਸ ਅਕੋਰਡਿੰਗ ਹੋਰ ਕਿਤੇ ਆਈ ਸੀ ਤਾਂ ਫਾਲਸ ਹੈ। ਅਦਰਵਾਈਜ਼ ਜੇ ਲੋਕੇਸ਼ਨ ਹੀ ਨਹੀਂ ਦਿੱਤੀ ਹੋਈ ਤਾਂ ਨੋਟ ਗਿਵਨ ਹੈ। ਦੇਖਦੇ ਹਾਂ ਜਿਹੜੇ ਆਹ ਟਰੂ ਫਾਲਸ ਨੇ ਇਹ ਸਟਾਰਟਿੰਗ ਦੇ ਵਿੱਚ ਆਏ ਹੋਏ ਨੇ 29 ਤੋਂ 34। ਇਟ ਮੀਨਸ ਇਹਨਾਂ ਦੀ ਲੋਕੇਸ਼ਨ ਵੀ ਸਟਾਰਟਿੰਗ ਤੋਂ ਹੀ ਹੁੰਦੀ ਹੈ, ਕਿਉਂਕਿ ਇਸ ਤੋਂ ਉੱਪਰ ਕੋਈ ਵੀ ਕੁਐਸਚਨ ਦੀ ਟਾਈਪ ਹੋਰ ਨਹੀਂ ਹੈਗੀ। ਠੀਕ ਹੈ, ਦੇਖੋ ਆਪਣੀ ਮੇਨ ਲੋਕੇਸ਼ਨ ਸੀ ਉਹ ਪਰਸਨ ਦਾ ਨਾਮ ਤੇ ਉਹ ਬੁੱਕ ਦਾ ਨਾਮ ਤੇ 60 AD। ਸਿੰਸ ਦਾ ਬਿਗਿਨਿੰਗ ਆਪਾਂ ਸਟਾਰਟਿੰਗ ਤੋਂ ਹੀ ਦੇਖ ਲੈਂਦੇ ਹਾਂ। ਸਿੰਸ ਦਾ ਬਿਗਿਨਿੰਗ ਆਫ ਦਾ ਟਾਈਮ, ਜਦੋਂ ਟਾਈਮ ਸ਼ੁਰੂ ਹੋਇਆ ਸੀ, ਮੈਨ ਹੈਜ਼ ਸਾਊਟ ਨੈਚੁਰਲ ਰੈਮੇਡੀਜ਼ ਫॉर द पेन बिटवीन 40 and 60 AD। Greek physician Dioscorides traveled with the Roman armies studying the medicinal properties and plants. His book De Materia Medica written in 5 volumes and translated into at least 7 languages। ਜਿਹੜੀ ਬੁੱਕ ਸੀਗੀ ਗ੍ਰੀਕ ਫਿਜ਼ੀਸ਼ੀਅਨ ਸੀਗਾ ਜਿਹੜਾ ਡਾਕਟਰ ਗ੍ਰੀਕ ਦਾ, ਕਦੋਂ ਆਈ ਸੀ ਉਹ 50 and 60 AD। 50 and 60 AD ਦੇ ਦੌਰਾਨ ਬੁੱਕ ਆਈ ਸੀ। 5 ਵੋਲੀਅਮਸ ਮਤਲਬ ਇਸ ਦੀਆਂ 5 ਤਰ੍ਹਾਂ ਦੀਆਂ ਡਿਫਰੈਂਟ ਬੁੱਕ ਸੀਗੀਆਂ ਇੱਕੋ ਤੇ 7 ਲੈਂਗੁਏਜ ਦੇ ਵਿੱਚ ਟਰਾਂਸਲੇਟ ਕੀਤੀ ਗਈ ਸੀ। ਤੇ ਇਹ ਪ੍ਰਾਇਮਰੀ ਸੋਰਸ ਬਣ ਗਈ ਸੀ ਉਦੋਂ ਦੇ ਡਾਕਟਰਸ ਦਾ ਓਵਰ 16 ਸੈਂਚਰੀਜ਼, ਉਦੋਂ 16 ਸਦੀਆਂ ਦੇ ਲਈ ਇਹ ਬਣੀ ਰਹੀ ਸੀ। ਬਟ ਆਈ ਕਦੋਂ ਸੀ ਇਹ? 40 ਅਤੇ 60 ਦੇ ਵਿੱਚ। ਉਧਰ ਕੁਐਸਚਨ ਦੇ ਵਿੱਚ ਆਪਾਂ ਨੂੰ ਕੀ ਦਿੱਤਾ ਹੋਇਆ ਸੀ? ਕੁਐਸਚਨ ਦੇ ਵਿੱਚ ਆਪਾਂ ਨੂੰ ਇਹ ਦਿੱਤਾ ਹੋਇਆ ਸੀ ਕਿ ਇਹ ਯੂਜ਼ ਹੋਈ ਸੀ ਆਫਟਰ 60 AD। ਤਾਂ ਆਪਣਾ ਆਨਸਰ ਮਿਲ ਗਿਆ। ਆਨਸਰ ਕੀ ਹੈ? ਫਾਲਸ, ਕਿਉਂਕਿ ਇੱਧਰ ਲਿਖਿਆ ਹੈ ਆਫਟਰ 60 AD ਯੂਜ਼ ਆਈ ਸੀ ਤੇ ਉੱਥੇ ਲਿਖਿਆ ਸੀ 40 ਤੋਂ 60 ਦੇ ਵਿੱਚ ਆਈ ਸੀ, 40 and 60। ਤਾਂ ਆਨਸਰ ਹੋ ਗਿਆ ਆਪਣਾ ਫਾਲਸ। ਤਾਂ ਅੱਗੇ ਦੇਖੋ 30 ਮੈਂਡੋਰੋਗਰਾ ਵਾਜ਼ ਯੂਜ਼ਡ ਐਜ਼ ਐਨ ਐਨੈਸਥੈਟਿਕ ਡਿਊਰਿੰਗ ਮਿਡਲ ਏਜਸ। ਇਹ ਕੋਈ ਚੀਜ਼ ਹੈ, ਨਾਊਨ ਹੈ। ਕਹਿੰਦੇ ਇਹ ਯੂਜ਼ ਕੀਤਾ ਜਾਂਦਾ ਸੀ ਐਜ਼ ਏ ਐਨੈਸਥੈਟਿਕ, ਐਜ਼ ਏ ਬੇਹੋਸ਼ੀ ਦੀ ਮੈਡੀਸਨ ਲਈ ਮਿਡਲ ਏਜਸ ਦੇ ਦੌਰਾਨ। ਉਦੋਂ ਇਹ ਕਿਸ ਚੀਜ਼ ਲਈ ਯੂਜ਼ ਕੀਤਾ ਜਾਂਦਾ ਸੀਗਾ? ਉਸ ਸਮੇਂ ਦੇ ਦੌਰਾਨ ਇਹ ਐਨੈਸਥੈਟਿਕ, ਐਜ਼ ਏ ਐਨੈਸਥੈਟਿਕ ਯੂਜ਼ ਕੀਤਾ ਜਾਂਦਾ ਹੁੰਦਾ ਸੀ। ਤਾਂ ਦੇਖਿਓ 30 ਆਪਣੀ ਮੇਨ ਲੋਕੇਸ਼ਨ ਕੀ ਫਾਈਂਡ ਕਰਨੀ ਹੈ? ਆਪਾਂ ਮੈਂਡੋਰੋਗਰਾ ਫਾਈਂਡ ਕਰਨਾ ਹੈਗਾ ਤੇ ਉਸ ਲਾਈਨ ਦੇ ਵਿੱਚ ਆਪਾਂ ਨੂੰ ਆਪਣਾ ਆਨਸਰ ਹੈ ਜਿਹੜਾ ਉਹ ਮਿਲ ਜੂਗਾ। ਚਲੋ ਫਾਈਂਡ ਕਰਦੇ ਹਾਂ। ਦੇਖੋ ਫਸਟ BP ਦੇ ਵਿੱਚ ਇਸ ਦੀ ਕੋਈ ਗੱਲ ਨਹੀਂ ਹੋਈ, ਆ ਪਿਆ ਹੈਗਾ। ਸਟਾਰਟਿੰਗ ਦੇਖਾਂਗੇ। ਮੈਨੀ ਆਫ ਦਾ ਅਰਲੀ ਪੇਨ ਰਿਲੀਵਰਸ ਵਰ ਬੇਸਡ ਔਨ ਦਾ ਮਿਥ ਐਂਡ ਡਿਡ ਲਿਟਲ ਟੂ ਰਿਲੀਵ ਦਾ ਸਫਰਿੰਗ ਫਰੋਮ ਐਨ ਇਲ ਔਰ ਇੰਜਰਡ ਪਰਸਨ। ਵੋਕੈਬ ਸਿੱਖੋ ਕਿ ਜਿਹੜੇ ਪੇਨ ਰਿਲੀਵਰ ਸੀ, ਜਿਹੜੇ ਮੈਡੀਸਨ ਸੀਗੀਆਂ ਜਿਹ ਤੋਂ ਆਰਾਮ ਦਿਵਾਉਂਦੀਆਂ ਸੀ ਦਰਦ ਤੋਂ, ਉਹ ਜਸਟ ਮਿਥ ਸੀਗੀਆਂ, ਜਸਟ ਇੱਕ ਵਹਿਮ 'ਤੇ ਆਧਾਰਿਤ ਸੀਗੀਆਂ। ਤੇ ਡਿਡ ਲਿਟਲ ਕਿ ਥੋੜ੍ਹਾ ਜਿਹਾ ਆਰਾਮ ਪਹੁੰਚਾਉਂਦੀਆਂ ਸੀਗੀਆਂ ਜਿਹੜਾ ਬੰਦਾ ਬਿਮਾਰ ਹੈ ਤੇ ਜਿਹਦੀ ਸੱਟ ਲੱਗੀ ਹੋਈ ਹੈ। ਦਾ ਮੈਂਡੋਗਰਾ ਇਹ ਕੀ ਹੈ? ਨਾਊਨ ਐਜ਼ ਏ ਮੈਂਡਰਿਕ ਪਲਾਂਟ, ਕੋਈ ਦਰਖਤ ਹੈ, ਪਲਾਂਟ ਅੱਗੇ ਪੌਦਾ ਹੈ। ਵਾਜ਼ ਵਨ ਆਫ ਦਾ ਫਸਟ ਪਲਾਂਟ, ਪਹਿਲਾ ਪਲਾਂਟ ਸੀ ਜਿਹੜਾ ਐਜ਼ ਏ ਐਨੈਸਥੈਟਿਕ ਯੂਜ਼ ਕੀਤਾ ਜਾਂਦਾ ਸੀ। ਤੇ ਆਨਸਰ ਕੀ ਹੋਊਗਾ ਫਿਰ ਆਪਣਾ 30 ਦਾ? ਕੀਤਾ ਜਾਂਦਾ ਸੀ, ਡੈਫੀਨੇਟਲੀ ਕੀਤਾ ਜਾਂਦਾ ਸੀ। ਆਨਸਰ ਇਜ਼ ਆ 30 ਟਰੂ। ਫਸਟ ਇਹੀ ਯੂਜ਼ ਕੀਤਾ ਜਾਂਦਾ ਸੀ, ਵਾਜ਼ ਯੂਜ਼ਡ। ਕਲੀਅਰ। ਨਾਈਟਰਸ ਆਕਸਾਈਡ ਕੈਨ ਕਾਜ਼ ਦਾ ਯੂਜ਼ਰ ਟੂ ਬੋਥ ਲਾਫ ਐਂਡ ਕਰਾਈ। ਨਾਈਟਰਸ ਆਕਸਾਈਡ ਹੈ ਜਿਹੜੀ ਕਿਸੇ ਗੈਸ ਦਾ ਨਾਮ ਹੈ, ਕੀ ਕਰਦੀ ਸੀ? ਇਹ ਬੰਦੇ ਨੂੰ ਹਸਾਉਂਦੀ ਸੀ ਤੇ ਰਵਾਉਂਦੀ ਸੀ। ਮੇਨ ਕਲੂ ਹੈ ਨਿਟਰਸ ਆਕਸਾਈਡ। ਨਿਟਰਸ ਆਕਸਾਈਡ ਆਪਾਂ ਹੁਣ ਫਾਈਂਡ ਕਰਦੇ ਹਾਂ। ਦੇਖੋ ਨਿਟਰਸ ਆਕਸਾਈਡ ਫਾਈਂਡ ਕਰਾਂਗੇ ਆਪਾਂ ਹੁਣ। ਦੇਖੋ ਇੱਥੇ ਤਾਂ ਆਪਣਾ ਮੈਂਡੋਗਰਾ ਦੀ ਗੱਲ ਹੋਈ ਸੀ, ਇਸ ਤੋਂ ਨੀਚੇ ਪਰਸਨ ਹੂ ਰਿਮੂਵਡ ਮੈਂਡਰੇਕ ਦੀ ਗੱਲ ਹੋਊਗੀ।
ਇਹ ਗੱਲ ਹੋ ਗਈ ਸਾਰੀ। ਨਿਟਰਸ ਆਕਸਾਈਡ ਇੱਥੇ ਕਿਤੇ ਮੈਂਸ਼ਨ ਨਹੀਂ ਹੋਇਆ। ਨਿਟਰਸ ਆਕਸਾਈਡ ਓਪੀਅਮ ਹੋ ਗਈ, ਐਂਪੋ ਹੋ ਗਿਆ, ਨਹੀਂ। ਅੱਗੇ ਦੇਖਦੇ ਹਾਂ ਨਿਟਰਸ ਆਕਸਾਈਡ, ਦੇਖੋ ਆ ਪਿਆ ਨਿਟਰਸ ਆਕਸਾਈਡ। ਤਾਂ ਸਿੱਧਾ ਆਪਾਂ ਪਹੁੰਚੇ ਲੋਕੇਸ਼ਨ ਤੇ। ਮਾਡਰਨ ਫੀਲਡ ਆਫ ਐਨਸਥੈਟਿਕਸ ਡੇਟਸ ਟੂ ਦ ਐਂਸ਼ੀਅੰਟ ਵੈਨ ਨਿਟਰਸ ਆਕਸਾਈਡ ਕੀ ਮੰਨੀ ਜਾਂਦੀ ਸੀ, ਮੋਰ ਕਾਮਨਲੀ ਨਾਊਨ ਐਜ਼ ਏ ਲਾਫਿੰਗ ਗੈਸ, ਲਾਫਿੰਗ ਗੈਸ ਮੰਨੀ ਜਾਂਦੀ ਸੀ। ਐਕਸੀਡੈਂਟ ਡਿਸਕਵਰਡ, ਅਚਾਨਕ ਹੀ ਡਿਸਕਵਰਡ ਹੋ ਗਈ। ਕੀ ਕਰਦੀ ਸੀ ਇਹ ਪਰਸਨ ਸੀ ਜਿਹੜਾ, ਇਹ ਇਸਦਾ ਇਨਵੈਂਟਰ ਸੀਗਾ। ਡਿਸਕਵਰਡ ਦਾ ਇਨਹੇਲਿੰਗ ਦਾ ਟੌਕਸਿਕ ਕੰਪਾਊਂਡ ਕਾਜ਼ਡ ਸਟ੍ਰੇਂਜ ਯੂਫੋਰੀਆ, ਯੂਫੋਰੀਆ ਕਰ ਦਿੰਦਾ ਸੀ, ਬਿਮਾਰੀ ਦਾ ਨਾਮ ਕਰ ਦਿੰਦਾ ਸੀ। ਫੋਲੋਡ ਬਾਏ ਲਾਫਟਰ, ਟੀਅਰਸ ਐਂਡ ਸਮਟਾਈਮਸ ਅਨਕੌਂਸ਼ੀਅਸਨੈਸ। ਤਾਂ ਇੱਧਰ ਡਾਇਰੈਕਟ ਲਿਖਿਆ ਹੋਇਆ ਲਾਫਟਰ ਹਾਸਾ ਹੋ ਗਿਆ, ਟੀਅਰਸ ਰੋਣਾ ਹੋ ਗਿਆ, ਅਤੇ ਕਦੇ ਕਦੇ ਬੰਦਾ ਜਿਹੜਾ ਸੀ ਬੇਹੋਸ਼ ਹੋ ਜਾਂਦਾ ਹੁੰਦਾ ਸੀ। ਅਤੇ ਇੱਧਰ ਕੀ ਲਿਖਿਆ ਹੈ ਅੱਗੇ 31 ਦੇ ਵਿੱਚ, ਕਹਿੰਦੇ ਲਾਫ ਐਂਡ ਕਰਾਈ, ਮਤਲਬ ਹਸਾਉਂਦਾ ਸੀ ਅਤੇ ਰਵਾਉਂਦੀ ਸੀ। ਇਟ ਮੀਨਸ ਇਹ ਆਨਸਰ ਜਿਹੜਾ ਆਪਣਾ ਟਰੂ ਹੈ। 31 ਇਜ਼ ਆਲਸੋ ਟਰੂ। ਡਿਊਰਿੰਗ ਦਾ ਸੈਕਿੰਡ ਹਾਫ ਆਫ ਦਾ 19th ਸੈਂਚਰੀ ਮੋਸਟ ਡੈਂਟਿਸਟ ਯੂਜ਼ ਐਨਸਥੇਸੀਆ। ਕਹਿੰਦੇ ਜਦੋਂ ਸੈਕਿੰਡ ਸੈਂਚਰੀ 19th ਸੈਂਚਰੀ ਦਾ ਹਾਫ ਆ ਗਿਆ ਸੀ, ਜਿਹੜੇ ਸਾਇੰਟਿਸਟ ਸੀ, ਮੋਸਟ ਆਫ ਦਾ ਡੈਂਟਿਸਟ ਸੀਗੇ, ਜਿਹੜੇ ਦੰਦਾਂ ਦੇ ਡਾਕਟਰ ਹੁੰਦੇ ਨੇ, ਉਹ ਐਨਸਥੇਸੀਆ ਯੂਜ਼ ਕਰਦੇ ਸੀਗੇ। 32 ਦੇਖਦੇ ਹਾਂ। ਦੇਖੋ ਡਾਕਟਰਸ ਨੇ, ਦੰਦਾਂ ਦੇ ਡਾਕਟਰਸ ਨੇ ਯੂਜ਼ ਕਰਦੇ ਨੇ, ਮੋਸਟ ਆਫ ਦਾ ਡਾਕਟਰਸ ਨੇ ਜਿਹੜੇ ਐਨਸਥੇਸੀਆ ਯੂਜ਼ ਕਰਦੇ ਨੇ। ਆਪਾਂ ਦੰਦਾਂ ਵਾਲੇ ਡਾਕਟਰ ਚਾਹੀਦੇ ਨੇ। US ਡੈਂਟਿਸਟ ਇੱਕ ਪਰਸਨ ਦਾ ਨਾਮ ਹੈ, ਇਹ ਤੇ ਯਾਦ ਰੱਖੋ, ਡੈਂਟਿਸਟ ਦੀ ਗੱਲ ਨਹੀਂ ਹੋਈ, ਇੱਕ ਡੈਂਟਿਸਟ ਹੈ, ਇੱਕ ਬਸ। ਉਹ ਆਹ ਪਰਸਨ ਦਾ ਨਾਮ ਹੈ। ਉਹਨੇ ਇਸ ਨਾਲ ਐਕਸਪੈਰੀਮੈਂਟ ਕੀਤਾ ਸੀ 1844 ਦੇ ਵਿੱਚ। ਉਸਨੇ ਟੂਥ ਜਦੋਂ ਦੰਦ ਕੱਢਦੇ ਸੀ, ਉਹ ਐਕਸਟ੍ਰੈਕਟ ਕਰਦੇ ਸੀ, ਉਦੋਂ ਉਸਨੇ ਯੂਜ਼ ਕੀਤਾ ਸੀ। ਇੱਥੇ ਕਿਤੇ ਇਹ ਗੱਲ ਨਹੀਂ ਮੈਂਸ਼ਨ ਹੋਈ ਕਿ ਉਹ ਬਹੁਤ ਸਾਰੇ ਡਾਕਟਰਸ ਨੇ ਜਿਹੜੇ ਉਦੋਂ ਯੂਜ਼ ਕਰਦੇ ਸੀ। ਇਟ ਮੀਨਸ ਨਾਟ ਗਿਵਨ ਹੋਣਾ ਆਨਸਰ। ਸਿਰਫ ਇੱਕ ਬੰਦੇ ਦੀ ਗੱਲ ਕੀਤੀ ਹੋਈ ਹੈ, US ਡੈਂਟਿਸਟ ਦੀ, ਜਿਹੜਾ ਕਿ ਉੱਥੇ ਜਿਹੜਾ ਉਸਨੇ ਇੱਕ ਟੂਥ ਐਕਸਟ੍ਰੈਕਟ ਕੀਤਾ ਸੀ, ਦੰਦ ਨੂੰ ਕੱਢਿਆ ਸੀ, ਤਾਂ ਕਰਕੇ ਇਸ ਵਿੱਚ ਉਲਝਣ ਦੀ ਲੋੜ ਨਹੀਂ ਹੈਗੀ। ਠੀਕ ਹੈ, ਆਨਸਰ ਇਜ਼ ਨਾਟ ਗਿਵਨ ਹੋਣਾ ਹੈ, ਕਿਉਂਕਿ ਇੱਥੇ ਕਿਹਾ ਸੀ ਮੋਸਟ ਡੈਂਟਿਸਟਸ, ਕੋਈ ਗੱਲ ਹੀ ਨਹੀਂ ਹੋਈ ਮੋਸਟ ਡੈਂਟਿਸਟ ਦੀ। ਇੱਕ ਬੰਦੇ ਦੀ ਗੱਲ ਹੋਈ ਸੀ ਜਿਸਨੇ ਇੱਕ ਬੰਦੇ ਦਾ ਦੰਦ ਕੱਢ ਕੇ ਟਰਾਈ ਕੀਤਾ ਸੀ, ਦੰਦ ਕੱਢਤਾ ਸੀ। ਠੀਕ ਹੈ। ਐਨਸਥੋਲੋਜਿਸਟ ਇਨ ਯੂਨਾਈਟਿਡ ਸਟੇਟਸ ਆਰ ਰਿਕੁਆਇਰਡ 12 years ਆਫ ਐਜੂਕੇਸ਼ਨ ਐਂਡ ਟ੍ਰੇਨਿੰਗ। ਜਿਹੜੇ ਐਨਸਥੋਲੋਜੀ ਡਾਕਟਰ ਸੀਗੇ, ਜਿਹੜੇ ਬੇਹੋਸ਼ੀ ਦੇ ਹਾਲਾਤ, ਬੇਹੋਸ਼ ਕਰਦੇ ਸੀ ਬੰਦੇ ਨੂੰ, ਉਹਨਾਂ ਨੂੰ 12 ਸਾਲ ਦੀ ਐਜੂਕੇਸ਼ਨ ਅਤੇ ਟ੍ਰੇਨਿੰਗ ਚਾਹੀਦੀ ਸੀ। ਠੀਕ ਹੈ, ਦੇਖਦੇ ਹਾਂ ਇਸ ਦੀ ਲੋਕੇਸ਼ਨ। ਆਪਾਂ ਹੁਣ ਆਪਾਂ ਲੋਕੇਸ਼ਨ ਫਾਈਂਡ ਕਰਾਂਗੇ ਇਸ ਚੀਜ਼ ਦੀ। ਦੇਖੋ ਇੱਥੇ ਐਨਸਥੈਟਿਕ ਮਸ਼ੀਨ ਦੀ ਗੱਲ ਹੋਈ ਹੈ, ਐਕਸਪੈਰੀਮੈਂਟ ਉੱਤੇ ਜਿਹਨਾਂ ਨੂੰ ਟ੍ਰੇਨਿੰਗ ਮਿਲਦੀ ਉਹਨਾਂ ਦੀ ਗੱਲ ਕਰਾਂਗੇ। ਅਤੇ ਆਹ BP ਦੇਖੋ ਆਫਟਰ World War II ਵਾਲਾ। ਅਤੇ ਇੱਥੇ ਨੀਚੇ ਪੜ੍ਹਦੇ ਹਾਂ, ਰੈਦਰ ਦੈਨ ਫਿਜ਼ੀਸ਼ੀਅਨਸ ਔਰ ਨਰਸਿਸ ਹੂ ਐਡਮਿਨਿਸਟਰਡ ਪੇਨ ਰਿਲੀਫ ਐਜ਼ ਏ ਪਾਰਟ ਆਫ ਦੇਅਰ ਪ੍ਰੋਫੈਸ਼ਨ। ਐਨਾਸਟੋਲੋਜੀ ਵੀ ਦੇਖੋ ਇੱਥੇ ਕੋਈ ਗੱਲ ਨਹੀਂ ਹੋਈ। ਇਟ ਟੇਕਸ ਓਵਰ 8 years ਆਫ ਸਕੂਲਿੰਗ। ਇਟ ਟੇਕਸ ਓਵਰ 8 years ਆਫ ਸਕੂਲਿੰਗ, 8 ਸਾਲ ਸਟੱਡੀ 'ਤੇ ਲੱਗਦੇ ਸੀ। ਐਂਡ 4 years ਆਫ ਰੈਜ਼ੀਡੈਂਸੀ ਅੰਟਿਲ ਐਨ ਐਨੈਥੋਲੋਜਿਸਟ ਇਜ਼ ਪ੍ਰੀਪੇਅਰਡ ਟੂ ਪ੍ਰੈਕਟਿਸ ਇਨ ਦਾ ਯੂਨਾਈਟਿਡ ਸਟੇਟਸ। ਸੈਂਸ ਇਹ ਹੈ ਕਿ 8 ਸਾਲ ਦੀ ਸਟੱਡੀ ਚਾਹੀਦੀ ਹੈ ਅਤੇ 4 ਸਾਲ ਦੀ ਰੈਜ਼ੀਡੈਂਸੀ ਚਾਹੀਦੀ ਹੈ। ਮੀਨਜ਼ ਉੱਥੇ ਪ੍ਰੈਕਟਿਸ ਕਰਨ ਲਈ 4 ਸਾਲ ਅਮਰੀਕਾ ਲਗਾਉਣੇ ਪੈਣਗੇ, ਤਾਂ ਬੰਦਾ ਯੂਨਾਈਟਿਡ ਸਟੇਟਸ ਦੇ ਵਿੱਚ ਜਿਹੜਾ ਕੀ ਹੈ ਉਹ ਐਨੈਥੋਲੋਜਿਸਟ ਬਣ ਜਾਣਾ ਹੈ। ਇਟ ਮੀਨਸ ਟਰੂ। ਉੱਧਰ 12 years ਇਕੱਠੇ ਲਿਖਤਾ, 12 ਸਾਲ ਦੀ ਪ੍ਰੈਕਟਿਸ ਚਾਹੀਦੀ ਆ। ਅਤੇ ਇੱਧਰ ਆਪਾਂ ਨੂੰ ਕੀ ਲਿਖਿਆ ਕਿ ਉਹ 8 ਸਾਲ ਦੀ ਕੋਰਸ ਚਾਹੀਦਾ, 8 ਸਾਲ ਦੀ ਸਟੱਡੀ ਚਾਹੀਦੀ ਹੈ ਅਤੇ 4 ਸਾਲ ਦੇ ਲਈ ਉਸਨੂੰ ਉੱਥੇ ਪ੍ਰੈਕਟਿਸ ਚਾਹੀਦੀ ਹੈ, ਰੈਜ਼ੀਡੈਂਸੀ ਚਾਹੀਦੀ ਹੈ ਯੂਨਾਈਟਿਡ ਸਟੇਟਸ ਦੀ। ਤਾਂ ਮੀਨਸ 12 ਸਾਲ ਹੋ ਗਏ। 33 ਇਜ਼ ਆਲਸੋ ਟਰੂ। ਕਹਿੰਦੇ ਹੁਣ ਦੇਖੋ ਦੇਰ ਆਰ ਫਿਊ ਐਨਸਥੋਲੋਜਿਸਟ ਇਨ ਯੂਨਾਈਟਿਡ ਸਟੇਟਸ ਨਾਓ ਦੈਨ ਇਨ ਦਾ ਪਾਸਟ। ਕਿ ਜਿਹੜੇ ਐਨਸਥੋਲੋਜਿਸਟ ਨੇ ਯੂਨਾਈਟਿਡ ਸਟੇਟਸ ਦੇ ਵਿੱਚ ਹੁਣ ਨੇ ਜਿਹੜੇ, ਉਹ ਘੱਟ ਗਏ ਐਜ਼ ਕੰਪੇਅਰ ਟੂ ਪਾਸਟ ਦੇ। ਦੇਖੋ ਇਸ ਦੀ ਲੋਕੇਸ਼ਨ ਦੇਖਦੇ ਹਾਂ। The number of ਲਾਸਟ ਹੈ the number of ਐਨਾਥੋਲੋਜਿਸਟ in the United States has more than doubled। ਹੁਣ ਕਹਿੰਦੇ ਤਾਂ ਡਬਲ ਹੋ ਗਏ। 1970 ਪਾਸਟ ਹੋ ਗਿਆ ਅਤੇ ਹੁਣ ਡਬਲਡ ਹੋ ਗਏ। ਕੁਐਸਚਨ ਦੇ ਵਿੱਚ ਕਿਹਾ ਸੀ ਹੁਣ ਘੱਟ ਨੇ, ਉੱਧਰ ਕਿਹਾ ਹੁਣ ਡਬਲਡ ਨੇ। ਤਾਂ ਆਨਸਰ ਆਪਣਾ ਹੋ ਗਿਆ ਫਾਲਸ। ਤਾਂ ਇੱਦਾਂ ਤੁਸੀਂ ਟਰੂ ਫਾਲਸ ਨੂੰ ਸਿੱਖ ਸਕਦੇ ਹੋ। ਪਹਿਲਾਂ ਕੀ ਹੈ, ਲੋਕੇਸ਼ਨ ਫਾਈਂਡ ਕਰੋ। ਲੋਕੇਸ਼ਨ ਫਾਈਂਡ ਕਰਨ ਤੋਂ ਬਾਅਦ ਉਸ ਲੋਕੇਸ਼ਨ 'ਤੇ ਜਾਓ ਅਤੇ ਲੋਕੇਸ਼ਨ 'ਤੇ ਜਾ ਕੇ ਪਹਿਲਾਂ ਤੁਸੀਂ ਇਹ ਗੱਲ ਤੋਂ ਕਲੀਅਰ ਹੋਣੇ ਚਾਹੀਦੇ ਹੋ ਕਿ ਜਿਹੜੀ ਤੁਹਾਡੀ ਲੋਕੇਸ਼ਨ ਹੈਗੀ ਉਹ ਬਿਲਕੁਲ ਸਹੀ ਹੈ। ਉਸ ਤੋਂ ਬਾਅਦ ਉਸਨੂੰ ਲਾਈਨ ਨੂੰ ਪੜ੍ਹੋ। ਇੱਦਾਂ ਹੁੰਦਾ ਕਈ ਵਾਰ ਕਿ ਲਾਈਨ ਤੋਂ ਬਾਅਦ ਕੋਮਾ ਲੱਗਿਆ ਹੁੰਦਾ, ਤਾਂ ਆਪਾਂ ਹਾਫ ਇਨਫੋਰਮੇਸ਼ਨ ਪੜ੍ਹ ਲੈਂਦੇ ਹਾਂ। ਜਿਵੇਂ ਕਿ ਇੱਧਰ ਲਿਖਿਆ ਹੋਇਆ ਸੀ 12 ਸਾਲ ਦੀ ਸਟੱਡੀ ਚਾਹੀਦੀ ਹੈ, ਉੱਧਰ ਲਿਖਿਆ ਸੀ 8 ਸਾਲ ਦੀ ਚਾਹੀਦੀ ਹੈ। ਤਾਂ ਆਪਾਂ ਅਲਟੀਮੇਟਲੀ ਫਾਲਸ ਲਗਾਉਂਦੇ, ਪਰ ਉੱਥੇ ਕੋਮਾ ਲਗਾ ਕੇ
ਅੱਗੇ 4 ਸਾਲ ਦੀ ਗੱਲ ਹੋਰ ਕੀਤੀ ਹੋਈ ਹੈ, ਅੰਟਿਲ ਫੁੱਲ ਸਟਾਪ ਨਾ ਆਵੇ ਤਾਂ ਆਪਾਂ ਲਾਈਨ ਨੂੰ ਖ਼ਤਮ ਨਹੀਂ ਕਰ ਸਕਦੇ। ਫੁੱਲ ਸਟਾਪ ਤੱਕ ਲਾਈਨ ਨੂੰ ਆਪਾਂ ਨੂੰ ਜਿਹੜਾ ਕੀ ਹੈ ਪੜ੍ਹਨਾ ਪੈਂਦਾ ਹੈ, ਤਾਂ ਫਿਰ ਆਪਾਂ ਕਿਸੇ ਨਤੀਜੇ 'ਤੇ ਪਹੁੰਚ ਸਕਦੇ ਹੁੰਦੇ ਹਾਂ। ਕਈ ਵਾਰ ਕੀ ਹੁੰਦਾ ਹੈ ਕਿ ਪਲੂਰਲ 'ਚ ਗੱਲ ਕੀਤੀ ਹੁੰਦੀ ਹੈ ਕਿ ਸਾਇੰਟਿਸਟ ਹੁੰਦੇ ਸੀਗੇ, ਡੈਂਟਿਸਟ ਹੁੰਦੇ ਸੀਗੇ, ਟੀਚਰਸ ਹੁੰਦੇ ਸੀ, ਅਤੇ ਉੱਧਰ ਸਿਰਫ ਇੱਕ ਟੀਚਰ ਦੀ ਗੱਲ ਕੀਤੀ ਹੁੰਦੀ ਹੈ ਉਸ ਟੌਪਿਕ 'ਤੇ ਰਿਲੇਟਡ ਹੀ, ਤਾਂ ਉਹ ਮੋਸਟਲੀ ਨੋਟ ਗਿਵਨ ਹੁੰਦਾ ਹੀ ਹੁੰਦਾ ਹੈ। ਸਿਨੋਨੀਅਮ ਯੂਜ਼ ਹੁੰਦੇ ਨੇ। ਜੇ ਤੁਹਾਨੂੰ ਲੱਗਦਾ ਹੈ ਤੁਸੀਂ ਕਲਾਸ ਦੇ ਵਿੱਚ ਜਿੱਥੇ ਵੀ ਹੁੰਦੇ ਹੋ ਸਿਨੋਨੀਅਮ ਪੜ੍ਹਦੇ ਹੋ, ਤੁਹਾਨੂੰ ਬਾਅਦ 'ਚ ਟੀਚਰ ਦੱਸਦਾ ਹੈ, ਤੁਹਾਨੂੰ ਐਵੇਂ ਹੈਰਾਨੀ ਹੁੰਦੀ ਹੈ ਕਿ ਇਹ ਵੀ ਇਸ ਦਾ ਸਿਨੋਨੀਅਮ ਸੀ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਤਾਂ ਤੁਸੀਂ ਕੀ ਕਰ ਸਕਦੇ ਹੋ, ਉਸ ਸਿਨੋਨੀਅਮ ਨੂੰ ਨੋਟਬੁੱਕ 'ਤੇ ਐਕਸਟਰਾ ਲਿਖ ਸਕਦੇ ਹੋ ਆਪਣੀ 'ਤੇ, ਤਾਂ ਕਰਕੇ ਤੁਸੀਂ ਜਦੋਂ ਦੁਬਾਰਾ ਉਸ ਨਾਲ ਇੱਦਾਂ ਡੀਲ ਕਰੋ ਤਾਂ ਤੁਹਾਡਾ ਡਾਊਟ ਹੈ ਜਿਹੜਾ ਕਲੀਅਰ ਹੋਵੇ। ਵੋਕੈਬਲਰੀ 'ਤੇ ਮੈਂ ਤੁਹਾਨੂੰ ਕਿਹਾ ਜ਼ਿਆਦਾ ਧਿਆਨ ਦਿਓ, ਵੋਕੈਬਲਰੀ ਜ਼ਰੂਰ ਸਿੱਖੋ। ਵੋਕੈਬਲਰੀ ਦੇ ਸਿੱਖਣ ਦੇ ਨਾਲ ਹੀ ਤੁਸੀਂ ਰੀਡਿੰਗ ਦੇ ਵਿੱਚ ਅੱਛੇ ਬੈਂਡ ਪ੍ਰਾਪਤ ਕਰ ਸਕਦੇ ਹੋ। ਸੋ ਥੈਂਕ ਯੂ।